ਪ੍ਰੈਸ ਦੇ ਸਾਰੇ ਸਾਥੀਆਂ ਦਾ ਸੋਸ਼ਲ ਮੀਡੀਆ ਤੋਂ ਇਲੈਕਟ੍ਰੋਨਿਕ ਮੀਡੀਆ ਤੋਂ ਪ੍ਰਿੰਟ ਮੀਡੀਆ ਤੋਂ ਸਾਰਿਆਂ ਦਾ ਅੱਜ ਦੀ ਇਸ ਪ੍ਰੈਸ ਵਾਰਤਾ 'ਚ ਸਵਾਗਤ ਆ, ਵੈਲਕਮ ਆ। ਅੱਜ ਇੱਕ ਬਹੁਤ ਅਹਿਮ ਮੁੱਦੇ ਉੱਤੇ ਜੋ ਕਿ ਦੇਸ਼ ਦੀਆਂ ਸਾਡੀਆਂ ਮਾਵਾਂ ਭੈਣਾਂ ਦੇ ਨਾਲ, ਸਾਡੇ ਬੱਚਿਆਂ ਦੇ ਨਾਲ, ਦੇਸ਼ ਦੇ ਆਦੀਵਾਸੀ ਲੋਕਾਂ ਦੇ ਨਾਲ, ਅਨੁਸੂਚਿਤ ਜਾਤੀ ਜਨਜਾਤੀ ਦਲਿਤਾਂ ਦੇ ਨਾਲ ਜੁੜਿਆ ਮੁੱਦਾ ਗਾ, ਉਹਦੇ 'ਤੇ ਅੱਜ ਗੱਲ ਕਰਨੀ ਆ। ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਦੇ ਅੰਦਰ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇਗੀਆਂ, ਜਿਹੜੇ ਸੂਬਿਆਂ ਦੇ ਅੰਦਰ ਬੀਜੇਪੀ ਦੀਆਂ ਸਰਕਾਰਾਂ ਨੇਗੀਆਂ, ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ, ਉੱਥੇ ਕਿਸ ਤਰ੍ਹਾਂ ਔਰਤਾਂ ਦੇ ਉੱਤੇ, ਬੱਚਿਆਂ ਦੇ ਉੱਤੇ, ਲੋਕਾਂ ਦੇ ਉੱਤੇ, ਦਲਿਤਾਂ ਦੇ ਉੱਤੇ ਅਤਿਆਚਾਰ ਹੋ ਰਹੇ ਨੇਗੇ। ਕਿਸ ਤਰ੍ਹਾਂ ਜਗਜਨਨੀ ਔਰਤ ਦੀ ਗੱਲ ਨੂੰ ਜਿਹੜਾ ਹੈਗਾ ਉਹ ਸੁਣਿਆ ਨਹੀਂ ਜਾ ਰਿਹਾ। ਕਿਸ ਤਰ੍ਹਾਂ ਬੱਚਿਆਂ ਦੀਆਂ ਚੀਕਾਂ ਮੋਦੀ ਸਾਹਿਬ ਨੂੰ ਸੁਣਾਈ ਨਹੀਂ ਦੇ ਰਹੀਆਂ, ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਸੁਣਾਈ ਨਹੀਂ ਦੇ ਰਹੀਆਂ। ਕਿਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਲਗਭਗ ਪਿਛਲੇ 9 ਸਾਲਾਂ ਤੋਂ ਆਪਣੇ ਮਨ ਦੀ ਗੱਲ ਸੁਣਾ ਰਹੇ ਨੇ, ਮਨ ਕੀ ਬਾਤ ਦੀ ਗੱਲ ਕਰ ਰਹੇ ਨੇਗੇ, ਪਰ ਅੱਜ ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੀਆਂ ਬੱਚੀਆਂ, ਛੋਟੀਆਂ ਬੱਚੇ, ਆਦੀਵਾਸੀ ਦਲਿਤ, ਦੇਸ਼ ਦਾ ਮੈਂ ਸਮਝਦਾ ਜਿਹੜਾ ਲਤਾੜਿਆ ਹੋਇਆ ਹਿੱਸਾ ਗਾ, ਜਿਹੜਾ ਪੀੜਤ ਹਿੱਸਾ ਗਾ, ਉਹਦੀ ਗੱਲ ਸੁਣਨ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਭੱਜ ਰਹੇ ਨੇਗੇ। ਇੱਕ ਪਾਸੇ ਦੇਸ਼ ਦੇ ਕਈ ਹਿੱਸਿਆਂ ਦੇ ਅੰਦਰ ਅੱਗ ਲੱਗੀ ਹੋਈ ਆ ਔਰ ਦੇਸ਼ ਸੜ ਰਿਹਾ ਗਾ, ਔਰ ਪ੍ਰਧਾਨ ਮੰਤਰੀ ਸਾਹਿਬ ਚੁੱਪ ਨੇਗੇ। ਮੈਂ ਸਮਝਦਾ ਇਹ ਜਿਹੜੀ ਸਾਹਸੀ ਚੁੱਪ ਆ, ਦੇਸ਼ ਦੇ ਪ੍ਰਧਾਨ ਮੰਤਰੀ ਦੀ ਸਾਹਸੀ ਚੁੱਪ ਆ, ਇਹ ਗੱਲ ਦਰਸਾਉਂਦੀ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਬੀਜੇਪੀ ਜਿਹੜੀ ਆ ਉਹ ਦਲਿਤ ਵਿਰੋਧੀ ਆ, ਉਹ ਆਦੀਵਾਸੀ ਵਿਰੋਧੀ ਆ, ਉਹ ਔਰਤਾਂ ਦੇ ਵਿਰੁੱਧ ਆ, ਉਹ ਬੱਚਿਆਂ ਦੇ ਵਿਰੁੱਧ ਆ। ਆਪਾਂ ਸਮਾਜ ਦੇ ਅੰਦਰ ਇੱਕ ਗੱਲ ਬੜੇ ਤਰੀਕੇ ਨਾਲ ਕਹੀ ਜਾਂਦੀ ਆ ਕਿ ਔਰਤ ਜਿਹੜੀ ਆ ਉਹ ਸੰਸਾਰ ਨੂੰ ਜਨਮ ਦਿੰਦੀ ਆ, ਲੋਕਾਂ ਨੂੰ ਜਨਮ ਦਿੰਦੀ ਆ, ਪਰ ਲੇਕਿਨ ਅੱਜ ਜਿਹੜੀ ਜਗਜਨਨੀ ਆ ਉਹਨੂੰ ਕਿੰਨਾ ਉਹਨੂੰ ਪੀੜਾ ਹੋ ਰਹੀ ਆ, ਕਿੰਨੀ ਦੁੱਖ ਹੋ ਰਹੀ ਆ, ਇਹ ਮੈਂ ਸਮਝਦਾ ਇੱਕ ਔਰਤ ਹੀ ਸਮਝ ਸਕਦੀ ਆ। 21ਵੀਂ ਸਦੀ ਆ, 21ਵੀਂ ਸਦੀ ਦਾ ਜ਼ਮਾਨਾ ਗਾ। 21ਵੀਂ ਸਦੀ ਦੇ ਅੰਦਰ ਮੈਂ ਸਮਝਦਾ ਅੱਜ ਭਾਰਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਾਰਨ, ਬੀਜੇਪੀ ਦੇ ਕਾਰਨ ਪੂਰੀ ਦੁਨੀਆ ਦੇ ਅੰਦਰ ਸ਼ਰਮਸਾਰ ਹੋਣਾ ਪੈ ਰਿਹਾ ਗਾ। ਅੱਜ ਦੇਸ਼ ਦੇ ਅੰਦਰ ਕੀ ਮਾਹੌਲ ਆ ਪੂਰੀ ਦੁਨੀਆ ਦੇਖ ਰਹੀ ਆ। ਅਮਰੀਕਾ ਦੇ ਅੰਦਰ, ਜਰਮਨ, ਫਰਾਂਸ ਦੇ ਅੰਦਰ ਅੱਜ ਭਾਰਤ ਦੀ ਗੱਲ ਹੋ ਰਹੀ ਆ ਕਿ ਭਾਰਤ ਦੇ ਵਿੱਚ ਕਿਸ ਤਰ੍ਹਾਂ ਸਾਡੀਆਂ ਔਰਤਾਂ ਦੇ ਉੱਤੇ, ਬੱਚਿਆਂ ਦੇ ਉੱਤੇ ਅਤਿਆਚਾਰ ਹੋ ਰਿਹਾ ਗਾ। ਇਹ ਪੂਰੇ ਸੰਸਾਰ ਦੇ ਅੰਦਰ ਭਾਰਤ ਦਾ ਨਕਸ਼ਾ ਜਿਹੜਾ ਕਿਸ ਤਰ੍ਹਾਂ ਦਾ ਮਾੜਾ ਨਕਸ਼ਾ ਜਿਹੜਾ ਬੀਜੇਪੀ ਪੇਸ਼ ਕਰ ਰਹੀ ਆ, ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੇਸ਼ ਕਰ ਰਹੇ ਨੇਗੇ ਕਿ ਕਿਸ ਤਰ੍ਹਾਂ ਇੱਕ ਸ਼ਬਦ ਤੱਕ ਜਿਹੜਾ ਹੈਗਾ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਤੱਕ ਨਹੀਂ ਬੋਲਿਆ। ਜਦ ਕਿ ਦੇਸ਼ ਦੇ ਜਿੰਨੇ ਵੀ ਚੁਣੇ ਹੋਏ ਲੋਕ ਨੇਗੇ, ਦੇਸ਼ ਦੀ ਚਾਹੇ ਪਾਰਲੀਮੈਂਟ ਦੇ ਅੰਦਰ, ਲੋਕ ਸਭਾ ਦੇ ਅੰਦਰ, ਰਾਜ ਸਭਾ ਦੇ ਅੰਦਰ, ਕਈ ਵਾਰ ਜਿੱਥੇ ਇੱਥੇ ਘਟਨਾਵਾਂ ਹੋ ਰਹੀਆਂ ਨੇਗੀਆਂ, ਉਹਨਾਂ ਸਾਰੇ ਵਿਸ਼ਿਆਂ ਤੇ ਚਰਚਾ ਕਰਨ ਦੇ ਲਈ ਕਈ ਵਾਰ ਨੋਟਿਸ ਜਾਰੀ ਹੋ ਚੁੱਕੇ ਨੇਗੇ। ਦੇਸ਼ ਦੀ ਲੋਕ ਸਭਾ ਦੇ ਅੰਦਰ, ਰਾਜ ਸਭਾ ਦੇ ਅੰਦਰ ਕਿੰਨੇ ਐਡਜਰਨਮੈਂਟ ਮੋਸ਼ਨ, ਕਿੰਨੀਆਂ ਜਿਹੜੀਆਂ ਉਹ ਜਿੰਨੇ ਵੀ ਮੈਂ ਸਮਝਦਾ ਤਰੀਕੇ ਨੇ ਕਿ ਉਹ ਅਪਣਾਉਣ ਦੀ ਜਿਹੜੀ ਆਪੋਜੀਸ਼ਨ ਕੋਸ਼ਿਸ਼ ਕਰ ਰਹੀ ਹੈ, ਪਰ ਲੇਕਿਨ ਬੀਜੇਪੀ ਜਿਹੜੀ ਆ ਉਹ ਚੁੱਪ ਆ ਗਈ। ਤੁਹਾਨੂੰ ਪਤਾ ਸਾਡਾ ਗਵਾਂਢੀ ਸੂਬਾ ਹਰਿਆਣਾ ਗਾ। ਹਰਿਆਣੇ ਦੇ ਅੰਦਰ ਲਗਭਗ 100 ਦੇ ਕਰੀਬ, 70 ਤੋਂ ਉੱਪਰ 100 ਦੇ ਕਰੀਬ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਔਰ 6 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇਗੀਆਂ। ਪਰ ਮੈਂ ਸਮਝਦਾ ਅੱਜ ਬੀਜੇਪੀ ਜਿਹੜੀ ਆ ਉਹ ਜਸ਼ਨਾਂ 'ਚ ਡੁੱਬੀ ਬੈਠੀ ਆ। ਅੱਜ ਉਹ ਹਰਿਆਣੇ ਦੇ ਅੰਦਰ ਹਿੰਸਾ ਰੋਕਣ ਦੇ ਲਈ ਨਾਕਾਮ ਆ, ਫੇਲ ਆ। ਬੁਰੀ ਤਰ੍ਹਾਂ ਹਰਿਆਣਾ ਸਰਕਾਰ, ਮੈਂ ਦੁਬਾਰਾ ਕਹਿ ਰਿਹਾ ਕਿ ਜਿੱਥੇ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇਗੀਆਂ, ਉਹਨਾਂ ਸਾਰੇ ਸੂਬਿਆਂ ਦੇ ਅੰਦਰ ਅੱਜ ਕਤਲੋ ਗਾਰਦ ਵਾਲਾ ਮਾਹੌਲ ਬਣਿਆ ਹੋਇਆ ਗਾ, ਲੜਾਈ ਝਗੜੇ ਵਾਲਾ ਮਾਹੌਲ ਬਣਿਆ ਹੋਇਆ, ਖੂਨ ਖਰਾਬੇ ਵਾਲਾ ਮਾਹੌਲ ਬਣਿਆ ਹੋਇਆ ਗਾ। ਲਾ ਐਂਡ ਆਰਡਰ ਦੀ ਪੋਜੀਸ਼ਨ ਜਿਹੜੀ ਆ ਸਭ ਤੋਂ ਮਾੜੀ ਜਿਹੜੀ ਆ ਉਹ ਬੀਜੇਪੀ ਦੇ ਸੂਬਿਆਂ 'ਚ ਬਣੀ ਹੋਈ ਆ। ਇੱਥੋਂ ਲੱਗਦਾ
कि देश के प्रधानमंत्री साहब की रहनुमाई दे विच एक बहुत बड़ी साजिश जिहड़ी आ वो देश दे विच घड़ी जा रही है कि देश के आपसी भाईचारे नूं, देश के लोगों का जिहड़ा सदियों तो स्थापित भाईचारा गा उन्होंने किस तरह तोड़ना गा, उहदे लई अज बीजेपी के रूलिंग स्टेट ने उत्थे काम हो रहा है। जे मैं गल करां मणिपुर की, मणिपुर के अंदर साडियां दो भैणां नूं, हालांकि एक उन्हां विच जिस नौजवान ने कारगिल के अंदर देश की लड़ाई लड़ी उन्हां दी धर्म पत्नी और दूसरी उन्होंने किस तरह निर्वस्त्र करके उन्होंने घुमाया गया, किड्डा गुंडा नाच बीजेपी ने मणिपुर के विच रचाया और लगातार हिंसा जारी आ, लगातार घट गिणतियां नूं किवें हमले हो रहे नेगे, लगातार लोकां नूं लड़ाया जा रहा है। सो प्रधानमंत्री साहब चुप नेगे। सो सारियां इस तरह लगभग हुण तक 50 तो 70 नोटिस जिहड़े नेगे, 50 तो 70 नोटिस हर रोज़ देश की पार्लीमेंट के अंदर, लोक सभा के अंदर, राज सभा के अंदर आपोजिशन के मैंबर जिहड़े चुने हुए ने लोगों ने चुन के भेजे नेगे वो लगातार लाउंदे ने, पर लेकिन कोई भी नोटिस जिहड़ा हैगा बीजेपी की सरकार नहीं लैंदी, प्रधानमंत्री साहब नहीं लैंदे। विरोधी धਿਰ की चाहुंदी आ, आपोजिशन की चाहुंदी आ, आपोजिशन क्योंकि असीं आम आदमी पार्टी आपोजिशन के अंदर आ। आम आदमी पार्टी की चाहुंदी आ कि निज़म 167 के अधीन, निज़म 167 के अधीन देश की पार्लीमेंट के विच बहस होनी चाहिए है, ताकि इन्हां तमाम मुद्दों के उत्ते जे मैं गल करा मणिपुर के उत्ते, हरियाणे के उत्ते, होर बहुत मुद्दे ने, मैं आउणा उस तो बाद कल्ला कि किस तरह देश के अंदर हमले हो रहे हैं कि इन्हां मुद्दों ते आम आदमी पार्टी या दूजियां तमाम आदमी जिहड़ियां पार्टियां जिहड़ियां विरोधी धिर दीयां पार्टियां बहस चाहुंदियां ने, पर लेकिन बीजेपी चुप आ। सारिआं नूं पता गा कि किस तरह थोड़े दिन पहला मध्य प्रदेश के अंदर एक दिल दहलाने वाली जिहड़ी खबर सामने आई, किस तरह एक आदिवासी व्यक्ति के सिर दे विच एक बीजेपी का गुंडा, किस तरह एक बीजेपी का आदमी किस तरह उसके सिर के उत्ते पेशाब करता गा। मैं समझदा 21वीं सदी दे विच इस तो घिनौनी हरकत की हो सकती है। ये क्यों हो रही है? क्योंकि बीजेपी जिहड़ी आ वो घट गिणतियां नूं नफरत करती है, बीजेपी जिहड़ी आ वो आदिवासियों नूं नफरत करती है, बीजेपी जिहड़ी आ वो दलितां नूं नफरत करती है, बीजेपी जिहड़ी आ वो औरतां नूं नफरत करती है, बीजेपी जिहड़ी आ वो बच्चिआं नूं नफरत करती है। तां ही जिहड़ा हैगा देश के प्रधानमंत्री साहब इन्ने लंबे अरसे तो उन्होंने चुप्पी जिहड़ी आ वो उतारी हुई है। इन्हां सारे राज्यां तो इत्थों स्पष्ट हुंदा गा कि जिथे जिथे भी बीजेपी की सरकार आ, जिन्हां सूबिਆਂ ਦੇ अंदर बीजेपी की सरकार आ, उत्थे लॉ एंड ऑर्डर की पोजीशन कितनी माड़ी आ। उत्थे लॉ एंड ऑर्डर की पोजीशन मैं समझदा खत्म हो चुकी है। कानून नां दी चीज़ है नहीं, कानून उन्हां सूबिਆਂ चों खत्म हो चुकिया। जे आपां मणिपुर की पहले मैं दोबारा उत्थे आउणा मणिपुर की गल करिए, मणिपुर दे विच 3 मई तो लगातार ये मसला चल रहा है। किस तरह लोगों के गरीब लोगों के घर साड़े जा रहे हैं, किस तरह औरतों को निर्वस्त्र किया जा रहा, किस तरह बलात्कार दियां अगजनी दी घटनावां हो रही नेगियां, पर लेकिन प्रधानमंत्री साहब चुप ने गे। राहत कैंप जिहड़े लगे हुए ने, मणिपुर के राहत कैंप लगे हुए ने, उत्थे उन्हां दी हालत जिहड़ी आ वो मैं समझदा बहुत ही बद तो बदतर आ गई। उत्थे भी जिहड़ा हैगा शोषण लगातार जारी आ। स्कूल एजुकेशन के अदारे जिहड़े ने मणिपुर के अंदर वो लगातार बंद रहे, और मैं समझदा बच्चों की पढ़ाई का हाल सब तो बुरा हाल हो रहा, क्योंकि जेकर बच्चे साल या 2 साल पढ़ाई तो बिना रह गए तो वो किस तरह देश के दूजे सूबे के नाल जिहड़ा हैगा रलणगे। इंटरनेट सेवावां लगभग 3 महीनों तो लगातार बंद ने गियां। सो मेरा कहण दा भाव आ बई ये जिहड़े घिनौणे हरकतां, घिनौणे कांड वो बीजेपी के सूबे हो रहे नेगे। 100 मणिपुर के अंदर 100 पर लोगों की मौत हो चुकी है, और 300 तो वध जिहड़े हैगे ने वो लोग जिहड़े जख्मी नेगे, और FIR तक नहीं दर्ज हो रही। साडी मानयोग अपैक्स कोर्ट, साडी सुप्रीम कोर्ट नूं दखल देना पै रहा, वो भी किहदे लई कि साडियां जिहड़ियां औरतां निर्वस्त्र करके जिहड़ियां घमाइयां नेगियां, वीडियो बना के वायरल कीती आ, उन्हां दे विच एक्शन लिया जाए। प्रधानमंत्री साहब फिर चुप नेगे। देश की सर्वोच्च अदालत नूं जिहड़ा हैगा आप एक्शन लेना पै रहा, पर लेकिन जिहड़ियां चुनी हुई सरकार आ, चाहे मणिपुर की सरकार आ, चाहे केंद्र की सरकार बीजेपी की सरकार आ, वो लगातार चुप आ।
ਇਸੇ ਤਰ੍ਹਾਂ ਜਿਵੇਂ ਪਹਿਲਾਂ ਕਿਹਾ ਕਿ ਮੱਧ ਪ੍ਰਦੇਸ਼ ਦੀ ਘਟਨਾ, ਔਰ ਇਸ ਤੋਂ ਬਿਨਾਂ ਉੱਤਰ ਪ੍ਰਦੇਸ਼ ਦੇ ਅੰਦਰ ਲਗਾਤਾਰ ਜਿਹੜਾ ਕ੍ਰਾਈਮ ਆ ਉਹ ਲਗਾਤਾਰ ਵੱਧ ਰਿਹਾ ਹੈਗਾ। ਹਰਿਆਣੇ ਦੇ ਅੰਦਰ 6 ਮੌਤਾਂ ਦਾ ਹੋ ਜਾਣਾ, ਇਹ ਸਾਰੇ ਉਹ ਅੰਕੜੇ ਨੇਗੇ ਜਿੱਥੋਂ ਸਪਸ਼ਟ ਹੁੰਦਾ ਕਿ ਬੀਜੇਪੀ ਜਿਹੜੀ ਆ ਇਲੈਕਸ਼ਨ 2024 ਆ ਚੁੱਕਿਆ ਹੈਗਾ, ਉਹਦੇ ਨੇੜੇ ਆ ਕੇ ਸੂਬਿਆਂ ਦੇ ਅੰਦਰ ਵੱਖ-ਵੱਖ ਸੂਬਿਆਂ ਦੇ ਅੰਦਰ ਇੱਕ ਜਿਹੜਾ ਹੈਗਾ ਮਾਹੌਲ, ਜਿਹੜਾ ਡਰ ਦਾ ਮਾਹੌਲ, ਭੈ ਦਾ ਮਾਹੌਲ ਔਰ ਬਰਬਾਦੀ ਦਾ ਮਾਹੌਲ, ਲੋਕਾਂ ਨੂੰ ਡਰਾ ਧਮਕਾਉਣ ਦਾ ਮਾਹੌਲ ਜਿਹੜਾ ਉਹ ਪੈਦਾ ਕੀਤਾ ਜਾ ਰਿਹਾ। ਸੋ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਪਣੀ ਸਾਜ਼ਸੀ ਚੁੱਪ ਤੋੜਨ ਔਰ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਔਰ ਦੇਸ਼ ਦੀ ਪਾਰਲੀਮੈਂਟ ਤੋਂ ਬਾਹਰ ਆ ਕੇ ਬਿਆਨ ਦੇਣ, ਔਰ ਬਿਆਨ ਦੇ ਕੇ ਮੈਂ ਸਮਝਦਾ ਔਰ ਇਹ ਜਿਹੜੀ ਹਿੰਸਾ ਜਿਹੜੀ ਬੀਜੇਪੀ ਦੇ ਰੂਲ ਵਾਲੇ ਸਟੇਟਾਂ 'ਚ ਹੋ ਰਹੀ ਆ, ਜਿੱਥੇ ਬੀਜੇਪੀ ਦੇ ਰਾਜ ਨੇਗੇ, ਉਹ ਹਿੰਸਾ ਨੂੰ ਤੁਰੰਤ ਬੰਦ ਕਰਾਉਣ ਔਰ ਆਮ ਲੋਕਾਂ ਦੀ, ਖਾਸ ਕਰਕੇ ਮੈਂ ਸਮਝਦਾਗਾ ਸਾਡੀਆਂ ਮਾਵਾਂ ਭੈਣਾਂ ਦੀ, ਸਾਡੀਆਂ ਬਜ਼ੁਰਗਾਂ ਦੀ, ਸਾਡੇ ਬੱਚਿਆਂ ਦੀ, ਦਲਿਤਾਂ ਦੀ, ਆਦਿਵਾਸੀ ਲੋਕਾਂ ਦੀ ਜਿਹੜੀ ਆ ਉਹ ਤੁਰੰਤ ਉਹਨਾਂ ਦੀ ਰੱਖਿਆ ਕਰਨ। ਹਾਂਜੀ ਚੀਮਾ ਸਾਹਿਬ, ਇੱਥੇ ਜਿਹੜੇ ਭਾਜਪਾ ਦੇ ਆਗੂ ਹੈਗੇ ਨੇ ਉਹ ਕਹਿੰਦੇ ਨੇ ਕਿ ਅਮਿਤ ਸ਼ਾਹ ਉੱਥੇ 3 ਦਿਨ ਲਾ ਕੇ ਆਏ ਨੇ, ਆਪ ਹਰ ਹਾਲਾਤ ਦਾ ਜਾਇਜ਼ਾ ਲੈ ਕੇ ਆਏ ਨੇ। ਅਮਿਤ ਸ਼ਾਹ ਜੀ ਤਾਂ ਉੱਥੇ ਜਾ ਕੇ ਮਨੀਪੁਰ ਦੇ ਅੰਦਰ ਜਿੱਥੇ ਜਾ ਕੇ ਪਿਕਨਿਕ ਮਨਾ ਕੇ ਆਏ ਨੇਗੇ। ਜੇ ਅਮਿਤ ਸ਼ਾਹ ਜੀ ਜਾ ਕੇ ਉੱਥੇ ਐਕਸ਼ਨ ਲੈ ਕੇ ਆਏ ਹੁੰਦੇ ਤਾਂ ਮੈਂ ਸਮਝਦਾ ਹਿੰਸਾ ਰੁਕ ਜਾਂਦੀ। ਤਾਂ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਉੱਥੇ ਜਾ ਕੇ ਪਿਕਨਿਕ ਮਨਾ ਕੇ ਆਏ ਨੇਗੇ। ਜੇ ਉੱਥੇ ਕਿਤੋਂ ਕੋਈ ਐਕਸ਼ਨ ਲਿਆ ਹੁੰਦਾ, ਕੋਈ ਕੰਮ ਕੀਤਾ ਹੁੰਦਾ ਤਾਂ ਮੈਂ ਸਮਝਦਾ ਦੁਬਾਰਾ ਉੱਥੇ ਇਸ ਤਰ੍ਹਾਂ ਦੀ ਘਟਨਾਵਾਂ ਨਾ ਵਾਪਰਦੀਆਂ। ਪੰਜਾਬ ਦੀ ਗੱਲ ਕਰਾਂ ਤਾਂ ਇੱਥੇ ਐਸਸੀ ਕਮਿਸ਼ਨ ਦੀ 4 ਸੀਟਾਂ ਕੱਟ ਕੀਤੀ ਗਈ ਹੈ, ਉਹਦੇ ਉੱਪਰ ਵੀ ਤੁਹਾਡੇ ਕੋਲ ਆਰੋਪ ਲੱਗ ਰਿਹਾ, ਉਹਦੇ ਬਾਰੇ ਵਿੱਚ ਤੁਸੀਂ ਕੀ ਕਹੋਗੇ? ਤੁਸੀਂ ਸਦਨ ਵਿੱਚ ਬੈਠੇ ਸੀ ਜਦੋਂ? ਦੇਖੋ, ਬਹੁਤ ਸਾਰੇ ਜਿਹੜੇ ਐਕਟ ਨੇਗੇ ਉਹਨਾਂ ਨੂੰ ਤਰਕਸੰਗਤ ਬਣਾਇਆ ਜਾ ਰਿਹਾ ਹੈਗਾ। ਇਕੱਲਾ ਇਹ ਨਹੀਂ ਕਿ ਉਹਦੀ, ਹੋਰ ਬਹੁਤ ਸਾਰੇ ਜਗ੍ਹਾ ਦੇ ਉੱਤੇ ਅਸੀਂ ਖਰਚੇ ਘਟਾ ਰਹੇ ਹਾਂਗੇ, ਪਰ ਲੇਕਿਨ ਉਹਦੇ ਵਿੱਚ ਕਈ ਜਗ੍ਹਾ ਤੇ ਸਾਡੇ ਕੋਲ ਰਿਪੋਰਟ ਸੀ ਕਿ ਬਹੁਤ ਸਾਰੇ ਮੈਂਬਰ ਲੱਗੇ ਹੋਏ ਨੇ ਕਿ ਉਹ 6-6 7-7 ਮਹੀਨਿਆਂ ਤੋਂ ਉਹਨਾਂ ਨੇ ਆ ਕੇ ਰਿਪੋਰਟ ਤੱਕ ਨਹੀਂ ਕੀਤੀ ਸੀ, ਉਹ ਆ ਕੇ ਆਪਦੀ ਕਿਸੇ ਦੀ ਸ਼ਿਕਾਇਤ ਤੱਕ ਨਹੀਂ ਸੁਣੀ ਸੀਗੀ। ਤੁਸੀਂ ਗੱਲ ਇੱਧਰ ਗੱਲ ਸੁਣੋ, ਪਹਿਲਾਂ ਕਮਿਸ਼ਨ ਦੇ ਮਾਮਲੇ ਦੀ ਚੋਣਾਂ ਦੇ ਲਈ ਨੋਟੀਫਿਕੇਸ਼ਨ ਜਾਰੀ ਹੋ ਗਿਆ, ਸਰਕਾਰ ਕਿੰਨੀ ਕੁ ਤਿਆਰ ਹੈ? ਕਿਉਂਕਿ ਲੋਕ ਸਭਾ ਤੋਂ ਪਹਿਲਾਂ ਇਹਨੂੰ ਛੋਟੀ ਸਰਕਾਰ ਦੇ ਤੌਰ ਤੇ ਦੇਖਿਆ ਜਾਂਦਾ। ਬਿਲਕੁਲ, ਜਿੰਨੀਆਂ ਵੀ ਚੋਣਾਂ ਜਿਹੜੀਆਂ ਸਾਡੀਆਂ ਕਮੇਟੀ ਦੀਆਂ ਚੋਣਾਂ, ਨਗਰ ਪੰਚਾਇਤਾਂ ਦੀਆਂ ਚੋਣਾਂ ਜਾਂ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਜਿਹੜੀਆਂ ਪੈਂਡਿੰਗ ਪਈਆਂ ਨੇਗੀਆਂ, ਬਿਲਕੁਲ ਉਹਨਾਂ ਦੀ ਤਿਆਰੀ ਜਿਹੜੀ ਆ ਉਹ ਡਿਪਾਰਟਮੈਂਟ ਨੇ ਕੀਤੀ ਆ, ਸਮੇਂ ਸਿਰ ਹੋਣਗੀਆਂ। ਔਰ ਪਾਰਟੀ ਨੇ ਅੱਗੇ ਵਿਚਾਰ ਕਰਨਾ ਕਿ ਇਹ ਸਿੰਬਲ ਤੇ ਲੜਨੀਆਂ ਨੇ ਜਾਂ ਨਹੀਂ, ਇਹ ਪਾਰਟੀ ਨੇ ਵਿਚਾਰ ਕਰਨਾ ਕਿ, ਪਰ ਲੇਕਿਨ ਸਰਕਾਰ ਜਿਹੜੀ ਆ ਉਹ ਚੋਣਾਂ ਕਰਾਉਣ ਲਈ ਪੂਰੀ ਤਰ੍ਹਾਂ ਤਿਆਰ ਆ ਜੀ। ਚੀਮਾ ਸਾਹਿਬ, 2 ਦਿਨ ਪਹਿਲਾਂ ਗਵਰਨਰ ਸਾਹਿਬ ਨੇ ਇੱਕ ਚਿੱਠੀ ਹੈ ਜਿਹੜੀ ਦੁਬਾਰਾ ਫਿਰ ਮੁੱਖ ਮੰਤਰੀ ਸਾਹਿਬ ਨੂੰ ਲਿਖੀ ਹੈ। ਦੋਨੇ ਪਾਸੇ ਤੇ ਚਿੱਠੀਆਂ ਦਾ ਜਿਹੜਾ ਆਦਾਨ ਪ੍ਰਦਾਨ ਚੱਲ ਰਿਹਾ। ਗਵਰਨਰ ਸਾਹਿਬ ਕਹਿ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਨੂੰ ਇਹ ਨਸੀਹਤ ਦਿੱਤੀ ਹੈ ਕਿ ਤੁਸੀਂ ਡਾਕਟਰ BR ਸਾਹਿਬ ਦੀ, ਅੰਬੇਦਕਰ ਦੀ ਫੋਟੋ ਤਾਂ ਬਾਬਾ ਸਾਹਿਬ ਦੀ ਹਰੇਕ ਜਗ੍ਹਾ ਲਾਈ ਹੋਈ ਆ, ਪਰ ਉਹਨਾਂ ਦੇ ਸੰਵਿਧਾਨ ਦੀ ਪਾਲਣਾ ਨਹੀਂ ਕਰ ਰਹੇ। ਜਿੱਥੇ ਮੇਰੇ ਸਾਥੀ ਨੇ ਸਵਾਲ ਪੁੱਛਿਆ ਕਮਿਸ਼ਨ ਨੂੰ ਲੈ ਕੇ, ਤੁਹਾਡੀ ਸਰਕਾਰ ਨੇ ਇੱਕ IAS ਅਧਿਕਾਰੀ ਆ ਜਿਹੜਾ ਜਨਰਲ ਕੈਟਾਗਰੀ ਨੂੰ ਬਿਲੋਂਗ ਕਰਦਾ ਹੈ, ਉਹਨੂੰ ਉੱਥੇ ਉਹਦਾ ਮੈਂਬਰ ਸਕੱਤਰ ਲਾਤਾ। ਉਹ ਖੁਦ 1.5 ਮਹੀਨੇ ਪਹਿਲਾਂ ਲਿਖ ਕੇ ਦੇ ਚੁੱਕਿਆ ਤੁਹਾਡੇ ਮੁੱਖ ਸਕੱਤਰ ਨੂੰ, ਤੁਹਾਡੀ ਸਰਕਾਰ ਨੂੰ, ਵੀ ਐਜ ਪਰ ਲਾ, ਐਜ ਪਰ ਕਾਨੂੰਨ ਮੇਰੀ ਉਹਨੂੰ ਕਰ ਦਿੰਦੇ ਠੀਕ। ਦੂਜਾ ਰਹਿ ਗਿਆ ਗਵਰਨਰ ਸਾਹਿਬ ਦਾ। ਮੈਂ ਸਮਝਦਾ ਗਵਰਨਰ ਸਾਹਿਬ ਨੂੰ ਮਾਣ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ, ਸੰਵਿਧਾਨ ਦਾ ਖਿਆਲ ਗਵਰਨਰ ਸਾਹਿਬ ਨੂੰ ਰੱਖਣਾ ਚਾਹੀਦਾ। ਸੰਵਿਧਾਨ ਦੀਆਂ ਜੋ ਧਾਰਾਵਾਂ ਦੇ ਅਨੁਸਾਰ, ਜੋ ਸੰਵਿਧਾਨ ਦੇ ਆਰਟੀਕਲ ਦੇ ਅਨੁਸਾਰ ਜੋ ਸ਼ਕਤੀਆਂ ਗਵਰਨਰ ਸਾਹਿਬ ਨੂੰ ਵਰਤੀਆਂ ਨੇ, ਉਹਨਾਂ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ, ਨਾ ਕਿ ਉਹਨਾਂ ਨੂੰ ਬੀਜੇਪੀ ਦੀ ਅੱਖ ਨਾਲ ਦੇਖਣਾ ਚਾਹੀਦਾ। ਬੀਜੇਪੀ ਦੀ ਅੱਖ ਨਾਲ ਨਹੀਂ ਦੇਖਣਾ ਚਾਹੀਦਾ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ, ਪੰਜਾਬ ਦੇ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ, ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਚੁਣਿਆ, ਔਰ ਲੱਖਾਂ ਲੋਕਾਂ ਨੇ ਆਪਣੇ ਮਤ ਦਾ ਪ੍ਰਯੋਗ ਕਰਕੇ ਚੁਣਿਆਗਾ। ਸੋ ਗਵਰਨਰ ਸਾਹਿਬ ਨੂੰ ਮੈਂ ਸਮਝਦਾ ਇਸ ਤਰ੍ਹਾਂ ਚਿੱਠੀਆਂ ਭੇਜਣ ਤੋਂ ਗੁਰੇਜ਼ ਕਰਨਾ ਚਾਹੀਦਾ, ਸੰਵਿਧਾਨ ਦੇ ਮੁਤਾਬਕ ਕੰਮ ਕਰਨਾ ਚਾਹੀਦਾ। ਔਰ ਵਿਧਾਨ ਸਭਾ ਦਾ ਸੈਸ਼ਨ ਵੀ ਸੰਵਿਧਾਨ ਦੇ ਮੁਤਾਬਕ ਹੋਇਆ ਸੀ, ਔਰ ਐਕਟ ਵੀ ਜਿਹੜੇ ਨੇਗੇ ਉਹ ਸੰਵਿਧਾਨ ਦੇ ਮੁਤਾਬਕ ਜੋ ਤਾਕਤਾਂ ਚੁਣੇ ਹੋਏ ਨੁਮਾਇੰਦਿਆਂ ਨੂੰ ਮੇਰੀਆਂ ਆਉਂਦੀਆਂ ਨੇ ਉਹਦੇ ਮੁਤਾਬਕ ਹੋਇਆਗਾ।